29/4/2022 ਦਾ ਬਦਲਾ ਲੈ ਲਿਆ। ਉਹਨਾਂ ਫੇਸਬੁੱਕਾਂ ਤੇ ਚਾੜਿਆ, ਫਿਰ ਆਪਣੇ ਘਰਾਂ ਜਾ ਕੇ ਫਾਇਰਿੰਗ ਕਰਦੇ ਹੱਸਦੇ ਰਹੇ। ਆਈਸ ਮੇਕਰ ਨੇ ਬੜੇ ਵੱਡੇ ਆਈਸ ਵਿਕਾਉਂਦੇ ਨੇ ਇਲਾਕੇ ਚ, ਮਨਸ਼ਾਦ ਫਰੂਸ਼ ਨੇ ਬੜੇ ਵੱਡੇ। ਜਿਹੜਾ ਅਤਾਰ ਰੱਬੀ ਕੋਲ ਪਿਸਟਲ ਵੇਖਿਆ ਗਿਆ, ਇਹਨਾਂ ਕੋਲ ਗੰਨਾਂ ਸਨ, ਗੱਡੀਆਂ ਦੇ ਵਿੱਚ ਬਾਹਰ ਇਹਨਾਂ ਕੋਲ ਗੰਨਾਂ ਸਨ। ਹਮਲੇ ਦੇ ਨਾਲ ਅੰਦਰ ਰੀਡਰ ਦੇ ਨਾਲ ਨੇ ਇਹ ਜਿਹੜਾ ਉਹਨਾਂ ਇਹ ਤਾਰੀਖ ਪਾਈ ਸੀ, ਉਹਨਾਂ ਫਿਰ ਫੇਸਬੁੱਕਾਂ ਦੇ ਉੱਤੇ ਚਾੜਿਆ। ਨਾਲ ਬੰਦੇ ਸਨ, ਚੋਟ ਕੇ ਆਦਮੀ ਸਨ, ਇਹਨਾਂ ਦੇ 30 40 ਦੋਨਾਂ ਭਾਈਆਂ ਤੇ ਜਿਹੜਾ ਮਰਡਰ ਪਹਿਲਾਂ ਵੀ ਹੋਇਆ ਸੀ। 340 ਕੇਸ ਸਨ ਤੇ ਨਾਲ ਡਕੈਤੀਆਂ ਦੇ ਵੀ। इंतजामिया सारियां पता है, बकायदा रिकॉर्ड है इस चीज का। ठीक है। अस्सलाम वालेकुम नाज़रीन, मैं हूं एडी मलिक और इस वक्त गुजरांवाला में मौजूद हूं। कल एक अफसोसनाक वाक़या पेश आया कि गुजरांवाला की मुकामी अदालत और कमरा अदालत के अंदर जब केस की समाअत हो रही थी, इसी दौरान कुछ मुलजमान दाखिल होते हैं और दाखिल होते साथ ही 4 अफराद पर अंधाधुंध फायरिंग करते हुए, जिसमें 2 अफराद जो है वो मौके पर जाँ बहक हो जाते हैं और आपने उनकी वीडियोस जो है वो सोशल मीडिया पर वायरल होती भी देखी होंगी कि किस तरह से ये तारीख का एक पहला वाकया था कि कमरा अदालत में जज के सामने 4 अफराद को सरेआम गोलियां मारकर उन्हें निशाना बनाया गया और 2 अफराद जो है वो जिंदगी की बाजी हार चुके हैं। हमारे सामने कुछ इस तरह की खबरें भी आई कि मुलजमान जिन्होंने ये हमला किया, जिन्होंने 2 अफराद को कत्ल किया, उनकी जानिब से सोशल मीडिया पर कुछ खबरें वायरल की जा रही है कि हमने अपने मकतूलीन का जो बदला है वो सेम डेट पर ले लिया है। क्या इसमें वजह है ये जो दुश्मनी का आगाज था जो 29/4/2022 से शुरू होती है और 29/4/2025 को 2 अफराद को कत्ल करके ये जो मुलजमान है ये सोशल मीडिया पर इस तरह के क्यों जो है वो पोस्टें वायरल कर रहे हैं और ये मुलजमान का ताल्लुक किस गिरोह के साथ है और इनके साथ इनकी क्या रंजिश थी जिस वजह से ये सारा वाकया पेश आया। हमारे साथ मकतूलीन के लवाहिकीन मौजूद है, हम इनसे ये सारा वाकया जानते हैं कि किस तरह से उस कमरा अदालत में कितने मुलजमान दाखिल हुए और फिर उन्होंने किस तरह से प्री प्लान करके इनके 2 अफराद को कत्ल किया। सर, पहले तो बहुत ये अफसोसनाक वाकया कि तारीख में ऐसा कोई वाकया नजर नहीं आता कि कमरा अदालत में मुलजमान असले समेत घुसे और 4 अफराद को गोलियों का निशाना बना दे। तो कौन लोग थे, किस तरह से आप लोगों की दुश्मनी थी इन लोगों के साथ? बिस्मिल्लाहिर्रहमानिर्रहीम। शुक्रिया तुहाडा। ये अज तो 3 साल पहले की गल है कि नमानिया रोड ते ये बच्चे बेसिकली ना वहीद भट्ट नामी साडे अजीज सन। अच्छा। ਉਹਨਾਂ ਦਾ ਇਹਨਾਂ ਨਾਲ ਗੁੱਜਰ ਬਰਾਦਰੀ ਨਾਲ ਪਹਿਲਾਂ ਝਗੜਾ ਹੋਇਆ ਸੀ, ਉਹਨਾਂ 'ਚ ਵੀ ਇਹ ਹੀ ਬੰਦੇ ਮੁਲਵਸ ਸਨ। ਰੱਬੀ ਜਿਹਨਾਂ ਕੱਲ ਵਕੂਆ ਕੀਤਾ ਨਾ, ਮੇਨ ਇਹਨਾਂ ਦੀ ਬਣਾ ਤੇ ਇਹ ਗੁੱਜਰ ਗਰੁੱਪ ਦੇ ਜਿਹੜਾ ਕਸ਼ਮੀਰੀ ਗਰੁੱਪ ਸੀ, ਇਹਨਾਂ ਰਲ ਕੇ ਇਹਨਾਂ ਵਹੀਦ ਭੱਟ ਬਿਜ਼ਨਸਮੈਨ ਬੰਦਾ ਸੀ, ਡੁੱਬਨਪੁਰੇ ਉਹਦਾ ਢਾਈ ਦਾ ਬੜਾ ਵੱਡਾ ਬਿਜ਼ਨਸ ਸੀ। ਉਹਨੂੰ ਇਹਨਾਂ ਪਰਸਨੈਲਿਟੀ ਦੀ ਕਲੈਸ਼ ਤੇ ਉਹਦੇ ਬੇਟੇ ਨਾਲ ਕਿ ਉਹ ਬੇਟਾ ਉਹਦਾ ਖਾਂਦਾ ਪੀਂਦਾ ਹੈ, ਇਹ ਭੁੱਖੇ ਲੋਕ ਨੇ, ਇਹ ਕ੍ਰਿਮੀਨਲ ਬੰਦੇ ਸਨ, ਚੋਟ ਕੇ ਆਦਮੀ ਸਨ। ਇਹਨਾਂ ਦੇ 30 40 ਦੋਨਾਂ ਭਾਈਆਂ ਤੇ ਜਿਹੜਾ ਮਰਡਰ ਪਹਿਲਾਂ ਵੀ ਹੋਇਆ ਸੀ 3 ਸਾਲ ਪਹਿਲਾਂ, ਉਹ ਤੇ ਵੀ 40 ਕੇਸ ਸਨ ਡਕੈਤੀਆਂ ਦੇ। ਅੱਛਾ ਜੀ, ਜਿਹਦਾ ਬਦਲਾ ਕੱਲ ਲਿੱਤਾ ਗਿਆ ਜੀ। 324 ਦੇ ਉੱਤੇ 40 ਕੇਸ ਸਨ ਤੇ ਨਾਲ ਡਕੈਤੀਆਂ ਦੇ ਵੀ। ਇੰਤਜ਼ਾਮੀਆਂ ਸਾਰੀਆਂ ਪਤਾ ਹੈ, ਬਕਾਇਦਾ ਰਿਕਾਰਡ ਹੈ ਇਸ ਚੀਜ਼ ਦਾ। ਠੀਕ ਹੈ। ਉਹ ਵਹੀਦ ਭੱਟ ਨਾਮੀ ਬਿਜ਼ਨਸਮੈਨ ਬੰਦੇ ਨੂੰ ਮਾਰਿਆ ਗਿਆ ਉਦੋਂ 3 ਸਾਲ ਪਹਿਲਾਂ ਮਾਰ। ਉਸ ਤੋਂ ਬਾਅਦ ਫਿਰ ਇਹਨਾਂ ਦਾ ਪਰਸਨੈਲਿਟੀ ਇਹ ਕਲੈਸ਼ ਜਿਹੜਾ ਸੀ ਥੋੜਾ ਉਹਦੇ ਬੇਟੇ ਦੇ ਨਾਲ ਉੱਥੇ ਨਮਾਨੀਆ ਰੋਡ ਤੇ ਲੜੇ ਨੇ, ਜਿਨ੍ਹਾਂ 'ਚ ਇਹਦਾ ਬੇਟਾ ਜਿਹੜਾ ਕੱਲ ਮਰਡਰ ਜਿਹਦਾ ਹੋਇਆ ਉਹ 3 ਸਾਲ ਪਹਿਲਾਂ ਵੀ 8 ਫਾਇਰ ਲੱਗੇ, ਉਸ ਸਮੇਂ ਹੋ ਗਿਆ। ਉਹ ਫਿਰ ਕ੍ਰਾਸ ਫਾਇਰਿੰਗ ਦੇ ਵਿੱਚ ਇਹ ਜਿਹੜਾ ਰੱਬੀ ਹੈ ਇਹਨੂੰ ਵੀ ਫਾਇਰ ਲੱਗੇ ਤੇ ਇਹਦਾ ਭਰਾ ਜਿਹੜਾ ਉਹ ਜ਼ਖਮੀ ਹੋ ਗਿਆ ਸੀ। ਠੀਕ ਹੈ ਨਾ। ਉਹਦੇ 'ਚ ਇੱਕ ਜਿਹੜੇ ਅਲੀ ਨਾਮੀ ਜਿਹੜਾ ਮੁੰਡਾ ਕੱਲ ਭਾਂਜਾ ਸਾਡਾ ਫੌਤ ਹੋਇਆ, ਉਹ ਤੇ ਸਾਕਬ ਜਿਹੜਾ ਮੁੰਡਾ ਹੈ ਭਾਈ ਮੇਰਾ ਛੋਟਾ, ਇਹ ਜੁਡੀਸ਼ਲ ਹੋ ਗਏ। ਠੀਕ ਹੈ। ਇਹਨਾਂ ਗ੍ਰਿਫਤਾਰੀ ਦੇ ਦਿੱਤੀ, ਜੁਡੀਸ਼ਲ ਹੋ ਗਏ। ਕੋਰਟ 'ਚ ਕੇਸ ਚੱਲਦਾ ਹੀ ਪਿਆ, ਜੋ ਹੁਕਮ ਹੁੰਦਾ ਕੋਰਟ ਦਾ ਆਮੀਨ ਸੀ ਸਾਰਿਆਂ ਨੂੰ। ਉਹ ਕੋਰਟ 'ਚ ਉਹਨਾਂ ਦੀ ਬੇਲ ਹੋ ਗਈ, 1.5-2 ਸਾਲ ਬਾਅਦ ਬੇਲ ਹੋ ਗਈ। ਠੀਕ ਹੈ, ਕਨਫਰਮ ਬੇਲ ਹੋ ਗਈ ਜੀ, ਕਨਫਰਮ ਬੇਲ ਹੋ ਗਈ। ਉਹਦਾ ਟ੍ਰਾਇਲ ਚੱਲਦਾ ਜੀ, ਉਹਦਾ ਟ੍ਰਾਇਲ ਚੱਲਦਾ ਹੀ ਪਿਆ। ਤਰੀਖਾਂ ਤੇ ਜਾਂਦੇ ਸਨ ਪਏ। ਠੀਕ ਹੈ ਨਾ। ਇਹ ਰੋਜ਼ ਹੀ ਤਰੀਖਾਂ ਛੋਟੀਆਂ ਉਹ ਪਾਉਂਦੇ। ਫਿਰ ਸਾਨੂੰ ਕੱਲ ਪਤਾ ਲੱਗਿਆ ਜਦੋਂ ਵਕੂਆ ਹੋ ਗਿਆ ਕਿ ਇਹ ਜਿਹੜੀਆਂ ਤਰੀਖਾਂ ਛੋਟੀਆਂ ਪਾਉਂਦੇ ਸਨ ਪਏ, ਇਸ 15 ਦਿਨਾਂ ਦੇ ਵਿੱਚ ਇਹ ਉਹਨਾਂ ਦੀ ਪਲਾਨਿੰਗ ਸੀ ਸਾਰੀ ਨੈਬ ਕੋਰਟ ਦੇ ਨਾਲ। ਅੱਛਾ, ਅਦਾਲਤੀ ਅਮਲੇ ਦੇ ਨਾਲ ਅੰਦਰ ਰੀਡਰ ਦੇ ਨਾਲ ਨੇ ਇਹ ਜਿਹੜਾ ਉਹਨਾਂ ਇਹ ਤਾਰੀਖ ਪਾਈ ਸੀ, ਉਹਨਾਂ ਫਿਰ ਫੇਸਬੁੱਕਾਂ ਦੇ ਉੱਤੇ ਚਾੜਿਆ ਕੱਲ ਕਿ ਅਸਾਂ ਉਹ 3 ਸਾਲ ਪਹਿਲਾਂ ਇਹ ਡੇਟ ਜਿਹੜੀ ਹੈ ਬਦਲਾ ਲੈ ਲਿਆ। 29/4/2022 ਦਾ ਬਦਲਾ 29/4/2022 ਦਾ ਬਦਲਾ ਲੈ ਲਿਆ। ਉਹਨਾਂ ਫੇਸਬੁੱਕਾਂ ਤੇ ਚਾੜਿਆ, ਫਿਰ ਆਪਣੇ ਘਰਾਂ ਜਾ ਕੇ ਫਾਇਰਿੰਗ ਕਰਦੇ ਹੱਸਦੇ ਰਹੇ, ਫਾਇਰਿੰਗਾਂ ਕਰਦੇ ਰਹੇ।
ਖੁਸ਼ੀਆਂ ਮਨਾਉਂਦੇ ਰਹੇ ਨੇ ਜੀ ਅਸਾਂ ਅੱਛਾ ਭੱਟ ਸਾਹਿਬ, ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਕਮਰਾ ਅਦਾਲਤ ਔਰ ਅਦਾਲਤੀ ਸਿਕਿਉਰਿਟੀ ਕਿੱਥੇ ਸੀ ਕਿ ਇਹ ਅਸਲਾ ਲੈ ਕੇ ਕਮਰੇ ਅਦਾਲਤ ਦੇ ਅੰਦਰ ਦਾਖਲ ਹੋ ਗਏ ਜੀ? ਇਹਨਾਂ ਨੇ ਦੇਖੋ ਨਾ, ਇੱਥੇ ਨਾਕਸ ਕੰਮ ਹੈ ਸਿਕਿਉਰਿਟੀ ਦਾ। ਇਸ ਤੋਂ ਪਹਿਲਾਂ ਵੀ ਕਈ ਵਕੂਏ ਅਦਾਲਤ ਕਚਹਿਰੀ ਦੇ ਵਿੱਚ ਹੋ ਚੁੱਕੇ ਨੇ, ਬਿਲਕੁਲ ਹੁੰਦੇ ਨੇ। ਕਈ ਹੋ ਚੁੱਕੇ ਨੇ, ਮਾਵਾਂ ਦੇ ਪੁੱਤਰ ਕਈ ਸ਼ਹੀਦ ਹੋ ਚੁੱਕੇ, ਮਰ ਚੁੱਕੇ ਨੇ, ਸ਼ਹੀਦ ਹੋ ਚੁੱਕੇ ਨੇ, ਗਰੀਬ ਕਈ ਗੁਨਾਹਗਾਰ, ਕਈ ਗਰੀਬ। ਇਹ ਆਪਾਂ ਨੂੰ ਇਹ ਤੇ ਇੰਤਜ਼ਾਮੀਆਂ ਨੂੰ ਚਾਹੀਦਾ ਹੈ, ਸਾਡੇ ਵਜ਼ੀਰ ਆਲਾ ਮੁਹਤਰਮਾ ਮਰੀਮ ਨਵਾਜ਼ ਚਾਹੀਦਾ ਹੈ। ਅਸੀਂ ਪਾਰਟੀਆਂ ਨੂੰ ਤਲਕ ਰੱਖਣੇ ਆ। ਮੈਂ ਮੁਸਲਿਮ ਲੀਗ ਦਾ ਚੇਅਰਮੈਨ ਹਾਂ 62 ਦਾ, ਠੀਕ ਹੈ ਨਾ। 35 ਸਾਲ 30 ਸਾਲ ਹੋ ਗਏ। ਮੇਰੇ ਮਾਮੂ ਵੀ ਪਹਿਲਾਂ ਮੁਸਲਿਮ ਲੀਗ ਦੀ ਖਿਦਮਤ ਕਰਦੇ ਰਹੇ ਨੇ, ਕਿ ਤੁਸੀਂ ਉਹਨਾਂ ਨੂੰ ਮੁਖਾਤਬ ਕਰਕੇ ਕਹਿ ਸਕਦੇ ਹੋ। ਮੁਸਲਿਮ ਲੀਗ ਦੀ ਖਿਦਮਤ ਕਰਦੇ ਰਹੇ ਨੇ ਮੇਰੇ ਮਾਮੂ ਵੀ। ਮੈਂ ਵੀ ਹੁਣ 26 ਸਾਲ ਤੋਂ ਲੱਗਾ ਇਸ, ਮੈਂ ਚੇਅਰਮੈਨ ਇਸ ਇਲਾਕੇ ਦਾ, ਠੀਕ ਹੈ ਨਾ। ਸਾਡੇ ਨਾਲ ਬੜੀ ਸਖਤ ਜ਼ਿਆਦਤੀ ਹੋਈ ਹੈ, ਉਹ ਇਸ਼ਤਿਹਾਰੀ ਨੇ ਨਸ਼ੇ ਨੇ ਮੱਝਾਂ ਦੇ ਕੇਸ। WhatsApp ਕਿੰਨੇ ਮੁਲਜ਼ਮ ਕਮਰੇ ਅਦਾਲਤ ਦੇ ਵਿੱਚ ਦਾਖਲ ਹੋਏ ਸੀ ਔਰ ਕੌਣ ਇਹਨਾਂ ਦੇ ਪਿੱਛੇ ਸੀ ਜਿਹੜਾ ਇਹਨਾਂ ਨੂੰ ਸਾਰਾ ਕੁਝ ਸਪੋਰਟ ਕਰ ਰਿਹਾ ਸੀ? ਭਾਣੇ ਇਹ ਅਤਾਰ ਅਬੀ ਨਾਮੀ ਜਿਹੜਾ ਮੁਲਜ਼ਮ ਸੀ, ਠੀਕ ਹੈ ਨਾ, ਇਹ ਇੱਕ ਗੈਂਗ ਹੈ। ਅੱਛਾ, ਇਹ ਆਈਸ ਮੇਕਰ ਨੇ, ਬੜੇ ਵੱਡੇ ਆਈਸ ਵਕਾਂਦੇ ਨੇ ਇਲਾਕੇ ਚ, ਮਨਸ਼ਾਦ ਫਰੋਸ਼ ਨੇ ਬੜੇ ਵੱਡੇ। ਤੇ ਪੁਲਿਸ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ? ਕੇਸ ਨੇ ਬੜੇ, ਪੁਲਿਸ ਇਹਨਾਂ ਨੂੰ ਕੋਸ਼ਿਸ਼ ਕਰਦੀ, ਫੜਦੀ ਏ, ਫਿਰ ਆ ਜਾਂਦੇ ਨੇ, ਫੜਦੇ ਨੇ, ਫਿਰ ਆ ਜਾਂਦੇ ਨੇ। ਇੱਕ ਗੈਂਗ ਹੈ ਬੜਾ ਵੱਡਾ, ਮਸ਼ਹੂਰ ਤਰੀਨ ਗੈਂਗ ਹੈ। ਇਹ ਗਰੁੱਪ ਬਣੇ ਹੈ, ਠੀਕ ਹੈ ਨਾ। ਬੜੀ ਸਖਤ ਜ਼ਿਆਦਤੀ ਕੀਤੀ ਹੈ। ਇਹ 5-6 ਬੰਦੇ ਸਨ ਜਿਹੜੇ ਵਿੱਚ ਕੈਮਰਿਆਂ ਦੇ ਵਿੱਚ ਆਏ ਨੇ ਮੌਜੂਦਾ। ਸਾਰਿਆਂ ਕੋਲ ਅਸਲਾ ਸੀ? ਅਸਲਾ ਤੇ ਸਾਰੇ ਕੋਲ ਜਿਹੜਾ ਅਸਲਾ ਕੋਰਟ ਚ ਜਿਹੜਾ ਇੱਕ ਦੋ ਪਿਸਟਲ ਹੈ ਸਨ। ਅੱਛਾ, ਜਿਹੜੇ ਇਸਤੇਮਾਲ ਕੀਤੇ ਗਏ। ਉਹ ਕਿਹਦੇ ਕੋਲ ਹੈਗੇ ਸੀ? ਉਹ ਮੁੰਡਾ ਜਿਹੜਾ ਅਤਾਰ ਰੱਬੀ ਕੋਲ ਪਿਸਟਲ ਵੇਖਿਆ ਗਿਆ, ਇਹਦਾ ਕੋਲ ਗੰਨਾ ਸਨ ਗੱਡੀਆਂ ਦੇ ਵਿੱਚ, ਬਾਹਰ ਇਹਨਾਂ ਕੋਲ ਗੰਨਾ ਸਨ। ਬਾਹਰ ਇਹਨਾਂ ਬਕਾਇਦਾ ਲੜਕੇ ਨੇ ਦੇਖਿਆ, ਜਿਹੜਾ ਉਹਨਾਂ ਸਾਨੂੰ ਦੱਸਿਆ ਕਿ ਬਾਹਰ ਇਹਨਾਂ ਬਕਾਇਦਾ ਪਲਾਨਿੰਗ ਦੇ ਮੁਤਾਬਕ ਆਏ ਸਨ, ਬਾਹਰ ਇਹਨਾਂ ਕੋਲ ਗੱਡੀਆਂ ਦੇ ਵਿੱਚ ਗੰਨਾ ਸਨ। ਅੱਛਾ ਭੱਟ ਸਾਹਿਬ, ਇਹ ਜਿਹੜੇ ਦੋ ਤੁਹਾਡੇ ਅਫਰਾਦ ਜਾਂ ਬਹਕ ਹੋ ਗਏ ਨੇ, ਅਸਲ ਟਾਰਗੇਟ ਇਹੀ ਸੀ ਜਾਂ ਫਿਰ ਬਾਕੀ ਹੋਰ ਵੀ ਕੁਝ ਲੋਕ ਐ ਸੀ ਟਾਰਗੇਟ? ਦੇਖੋ ਜੀ, ਹੋਰ ਮੁਲਜ਼ਮ, ਇੱਕ ਨਾਮਜ਼ਦ ਮੁਲਜ਼ਮ ਵਿੱਚ ਹੋਰ ਵੀ ਸੀ। ਅੱਛਾ, ਉਹਨੂੰ ਉਹ ਨਹੀਂ ਆਇਆ, ਉਹਨੂੰ ਨਹੀਂ ਟੱਚ ਹੋਇਆ। ਉਹਦੇ ਦੋ ਸਾਥੀ ਹੋਏ ਸਨ, ਉਹ ਜ਼ਖਮੀ ਹੋ ਗਏ ਨੇ। ਇਹ 2 ਮੁਲਜ਼ਮ ਸਨ, ਇਹ ਵੀ ਟੋਟਲ 3 ਮੁਲਜ਼ਮ ਸਨ ਜਿਹੜੇ ਕੇਸ ਵਿੱਚ ਜਾਂਦੇ ਸਨ ਉੱਤੇ ਕੋਰਟ ਚ 3 ਭੁਗਤਣ। ਤੇ 2 ਜਿਹਨਾਂ ਦੀ ਡੈਥ ਹੋ ਗਈ ਹੈ, ਸਾਕਬ ਦੀ ਤੇ ਅਲੀ ਨਾਮੀ ਜਿਹੜਾ। ਇਹ ਤੁਹਾਡੇ ਕੀ ਲੱਗਦੇ ਨੇ? ਸਾਕਬ ਛੋਟਾ ਭਾਈ ਹੈ ਮੇਰਾ, ਠੀਕ ਹੈ, ਕਜ਼ਨ ਹੈ, ਮਾਮੂ ਦਾ ਬੇਟਾ ਹੈ। ਅਲੀ ਭਾਂਜਾ ਸਾਡਾ ਲੱਗਦਾ। ਦੋਨੋਂ ਮਾਮੂ ਭਾਂਜਾ ਡੈਥ ਹੋਈ ਜੀ, ਮਾਮੂ ਭਾਂਜੇ ਦੀ ਡੈਥ ਹੋਈ। ਇਹ ਇਸ ਮੁਕੱਦਮੇ ਦੇ ਵਿੱਚ ਨਾਮਜ਼ਦ ਮੁਲਜ਼ਮ ਸੀ ਜੀ, ਇਹ ਮੁਲਜ਼ਮ ਸਨ ਇਹਨਾਂ ਨੂੰ। ਲੇਕਿਨ ਜਿਹੜਾ ਸਾਕਬ ਹੈ ਉਹ ਅਲੀ ਨੂੰ ਨਾਮਜ਼ਦ ਉਹਨਾਂ ਕੀਤਾ ਸੀ, ਸਾਕਬ ਨੂੰ ਤਤੀਮੀਆਂ ਬਿਆਨਾਂ ਚੋਂ ਨਾ ਲਿਆਂਦਾ ਸੀ ਪਹਿਲਾਂ, ਨਾਮਾਲੂਮਾਂ ਦੇ ਜੀ ਵਿੱਚ। 3 ਸਾਲ ਪਹਿਲਾਂ ਜਿਹੜਾ ਵਕੂਆ ਸੀ ਉਹਦੇ ਨਾਮਾਲੂਮਾਂ ਚ। ਠੀਕ ਹੈ। ਅੱਛਾ, ਇਹ 29/4/2022 ਦਾ ਜਿਹੜਾ ਬੜਾ ਇਹਨਾਂ ਨੇ ਪ੍ਰੀ ਪਲਾਨ ਕਰਕੇ ਤਾਰੀਖ ਲਿੱਤੀ ਗਈ, ਇਹਦੇ ਚ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਤਾਰੀਖ ਇਹਨਾਂ ਨੂੰ ਮਿਲ ਗਈ ਜਾਂ ਫਿਰ ਅਦਾਲਤੀ ਅਮਲੇ ਨੇ ਮਿਲ ਕੇ ਇਹਨਾਂ ਨੂੰ ਤਾਰੀਖ ਦਿੱਤੀ ਜੇ? ਇੱਥੇ ਕਰਪਸ਼ਨ ਇੰਨੀ ਕੋਈ ਸਾਡੇ ਇੱਥੇ ਪਾਕਿਸਤਾਨ ਚ ਇੰਨੀ ਕੋਈ ਕਰਪਸ਼ਨ ਹੈ, ਜਿਹੜਾ ਕੋਈ ਪਤਾ ਨਹੀਂ ਅੱਲਾ ਖਤਮ ਕਿੰਜ ਹੋਏਗੀ, ਸਾਨੂੰ ਕੋਈ ਸਮਝ ਨਹੀਂ। ਸਾਡੇ ਤੋਂ ਪਹਿਲਾਂ ਵੀ ਕਰਪਸ਼ਨ, ਅੱਲਾ ਕਰੇ ਕੋਈ ਐਸਾ ਕਾਨੂੰਨ ਬਣੇ ਇਹ ਕਰਪਸ਼ਨ ਜਿਹੜੀ ਖਤਮ ਹੋਏ। ਇਹ ਇੰਜ ਦੇ ਹੈਪਨ ਨਾ ਹੋਣ ਜਿਹੜੇ ਕੋਰਟ ਦੇ ਅੰਦਰ ਹੈਪਨ ਹੁੰਦੇ ਨੇ, ਜੱਜ ਸਾਹਿਬ ਦੇ ਸਾਹਮਣੇ ਹੈਪਨ ਹੁੰਦੇ ਨੇ। ਬਿਲਕੁਲ, ਇਹ ਬੜੀ ਸਖਤ ਜ਼ਿਆਦਤੀ ਹੈ। ਦੇਖੋ ਨਾ, ਇਸ ਦਿਨ ਕੋਈ ਜੱਜ ਨਾਲ ਵੀ ਹੈਪਨ ਹੋ ਸਕਦਾ ਹੈ, ਕਿਸੇ ਨਾਲ ਕੋਈ ਵਕੀਲ ਨਾਲ ਹੈਪਨ ਹੋ ਸਕਦਾ ਹੈ। ਅੱਛਾ, ਜਦੋਂ ਇਹ ਵਾਕਿਆ ਹੋਇਆ ਸੀ ਉਸ ਟਾਈਮ ਤੇ ਜੱਜ ਕਮਰੇ ਅਦਾਲਤ ਵਿੱਚ ਮੌਜੂਦ ਸੀ? ਜੱਜ ਸਾਹਿਬ ਮੌਜੂਦ ਸਨ, ਇੱਕ ਵਕੀਲ ਵੀ ਮੌਜੂਦ ਸੀ, ਨੈਬ ਕੋਰਟ ਸੀ, ਰੀਡਰ ਸੀ, ਸਟੈਨੋ ਸੀ, ਹੋਰ ਵੀ। ਯਾਨੀ ਕਿ ਅਦਾਲਤੀ ਕਾਰਵਾਈ ਚੱਲ ਰਹੀ ਸੀ? ਜੀ, ਅਦਾਲਤੀ ਕਾਰਵਾਈ ਚੱਲਦੀ, ਸ਼ਹਾਦਤ ਹੁੰਦੀ ਸੀ। ਸ਼ਹਾਦਤ ਹੁੰਦੀ ਸੀ। ਇਹ ਜਿਹੜੇ ਤੁਹਾਡੇ ਹੋਏ ਨੇ ਜਾਂ ਬਹਕ ਹੈ ਸ਼ਹਾਦਤ ਦੇਣ ਉੱਥੇ, ਯਾਨੀ ਕਿ ਅਦਾਲਤ ਵਿੱਚ ਮੌਜੂਦ ਸਨ। ਇਹਨਾਂ ਦੀ ਸ਼ਹਾਦਤ ਚੱਲਦੀ ਸੀ, ਆਖਰੀ ਸ਼ਹਾਦਤ ਸੀ ਉਹ ਚੱਲਦੀ ਸੀ ਬਈ। ਅੱਛਾ, ਅਸੀਂ ਉਹ ਵੀਡੀਓ ਦੇਖੀ ਜਿਹਦੇ ਵਿੱਚ ਤੁਹਾਡੇ ਦੋਨੋਂ ਅਫਰਾਦ ਜਾਂ ਬਹਕ ਹੋਏ ਨੇ ਤੇ ਤੁਸੀਂ ਆਪਸ ਦੇ ਵਿੱਚ ਹੀ ਉਹਨਾਂ ਨੂੰ ਜਿਹੜਾ ਹੈਗਾ ਨਾ ਉਹ ਕੈਰੀ ਕਰਦੇ ਪਿਓ, ਉਸ ਦੌਰਾਨ ਕੋਈ ਪੁਲਿਸ ਅਹਿਲਕਾਰ, ਕੋਈ ਸਿਕਿਉਰਿਟੀ ਅਮਲਾ ਕੋਈ ਨਹੀਂ, ਉਹਦੀ ਕੀ ਵਜ੍ਹਾ ਹੈਗੀ ਸੀ? ਮੇਰਾ ਕਜ਼ਨ ਹੈ ਮੋਹਸਨ ਡਾਰ, ਇਹ ਵੀ ਮੌਕੇ ਤੇ ਮੌਜੂਦ ਸੀ। ਇਹਨੇ ਆਪਣੇ ਹੱਥਾਂ ਨਾਲ, ਇਹ ਮੇਰਾ ਮਾਮੂ ਦਾ ਬੇਟਾ ਹੈ ਵੀ, ਕਜ਼ਨ ਮੇਰਾ ਚਾਂਦ, ਇਹਨੇ ਵੀ ਆਪਣੇ ਹੱਥਾਂ ਨਾਲ ਫੜ ਕੇ, ਕੋਈ ਇੰਤਜ਼ਾਮੀਆ, ਕੋਈ ਬੰਦਾ, ਕੋਈ ਪੁਲਿਸ ਵਾਲਾ, ਕੋਈ ਚੀਜ਼ ਨਹੀਂ ਹੈ। ਪੁਲਿਸ ਇਸ ਵਕੂਏ ਤੇ ਕਿੰਨੀ ਦੇਰ ਬਾਅਦ ਪਹੁੰਚੀ ਸੀ? ਪੁਲਿਸ ਕਿੰਨੀ ਦੇਰ ਬਾਅਦ ਪਹੁੰਚੀ? ਪੁਲਿਸ ਆਈ ਕੋਈ ਚੁੱਕ ਕੇ ਸਰ ਆਏ ਨੇ, ਵੀ ਲੇਟ ਆਏ ਨੇ ਜਦੋਂ ਅਸੀਂ ਫੜ ਲਿਆ ਸੀ ਮੁੰਡੇ ਨੂੰ। ਅੱਛਾ, ਉਦੋਂ ਆਏ ਨੇ, ਜਿਹੜਾ ਕਾਤਲ ਸੀ ਉਹਨੂੰ ਫੜ ਲਿਆ ਆਪਣੀ ਬਣਾ। ਮੁਲਜ਼ਮ ਨੂੰ ਤੁਸੀਂ ਆਪ ਗ੍ਰਿਫਤਾਰ ਕਰ ਲਿਆ ਸੀ? पकड़ लिया से, तो बाकी इंतजामिया तो उधर कोई भी नहीं आई। फिर अपने हम लेके ਅੱਛਾ, हॉस्पिटल में। ਇਹ ਜਿਹੜਾ ਮੁਲਜ਼ਮ ਤੁਸੀਂ ਆਪ ਆਪਣੀ ਮਦਦ ਦੇ ਤਹਿਤ ਫੜਿਆ ਹੈ, जी जी, ਇਹਦਾ ਕੀ ਤਾਲੁਕ ਹੈ? ਇਹ ਮੁਲਜ਼ਮ ਖੁਦ ਸ਼ੂਟਰ ਹੈਗਾ ਸੀ ਜਾਂ ਫਿਰ ਇਹੀ ਮਰਕਜ਼ੀ ਮੁਲਜ਼ਮ ਸੀ? ਇਹ ਜਿਹੜਾ ਨਾ ਲੜਕਾ ਸੀ ਨਾ ਜ਼ਾਨ, ਇਹਨਾਂ ਦੇ ਨਾਲ ਹੁੰਦਾ ਸੀ, ਸ਼ੂਟਰ ਸੀ। ਇਹਨਾਂ ਨੇ ਤਿਆਰ ਕੀਤੇ ਵਾਰਦਾਤਾਂ ਪਾਉਂਦੇ ਨੇ, ਡਕੈਟੀਆਂ ਕਰਵਾਉਂਦੇ ਨੇ, ਨਗਵਾਈਸ ਵੀ ਆਉਂਦੇ ਨੇ। ਮਤਲਬ ਕਿ ਇਹ ਸਾਰੇ ਮੁਲਜ਼ਮ ਨੇ, 40-40 50-50 ਪਰਚੇ ਨੇ ਇਹਨਾਂ ਦੇ ਉੱਤੇ ਡਕੈਟੀਆਂ ਦੇ। ਬਿਲਕੁਲ ਠੀਕ ਹੈ, ਪੁਲਿਸ ਨੂੰ ਵੀ ਮਤਲੂਬ ਸਨ, ਲੇਕਿਨ
ਲੇਕਿਨ ਪੁਲਿਸ ਨੂੰ ਅਗਰ ਮਤਲੂਬ ਸਨ ਤੇ ਅਦਾਲਤ ਦੇ ਵਿੱਚ ਅਸਲਾ ਲੈ ਕੇ ਕਿਵੇਂ ਪਹੁੰਚ ਸਕਦੇ ਹੈਗੇ? ਬਸ ਇਹ ਨਾਕਸ ਸਿਕਿਉਰਿਟੀ ਦੀ ਵਜ੍ਹਾ ਤੋਂ ਬਸ ਵੀ ਪਲਾਨ ਕੰਮ ਕੀਤਾ ਗਿਆ, ਨਾਲ ਮੁਲਵਸ ਹੋਏ ਤੇ ਪੁਲਿਸ ਵਾਲੇ ਨਾਲ ਮੈਪਕੋਟ ਦੇ ਜਿਹੜੇ ਲੀਡਰ ਸਾਰਾ ਬੜਾ ਮੁਲਵਸ ਸੀ। ਅੱਛਾ ਭੱਟ ਸਾਹਿਬ, ਤੁਸੀਂ ਸਿਆਸੀ ਵਰਕਰ ਹੈਗੇ ਹੋ, ਯਕੀਨ ਤੁਹਾਡੇ ਇਲਾਕੇ ਦੇ ਵਿੱਚ ਲੋਕ ਤੁਹਾਡੀ ਜਾਣ ਪਹਿਚਾਣ ਵੀ ਹੈ, ਕੀ ਕਹੋਗੇ ਆਲਾ ਹੁਕਾਮ ਨੂੰ ਕਿ ਕਿਸ ਤਰ੍ਹਾਂ ਇਹ ਜਿਹੜੀ ਨਾਕਸ ਸਿਕਿਉਰਿਟੀ ਦੇ ਬਾਇਸ ਜਿਹੜਾ ਐਡਾ ਅਫਸੋਸਨਾਕ ਵਾਕਿਆ ਹੋ ਗਿਆ, 2 ਕੀਮਤੀ ਜਾਨਾਂ ਚਲੀ ਗਈਆਂ, ਆਲਾ ਹੁਕਾਮ ਨੂੰ ਕੀ ਮੁਤਾਲਬਾ ਕਰਦੇ ਆ? ਅਸੀਂ ਤੇ ਕੱਲ ਮੌਕੇ ਤੇ ਸਾਡੇ ਇਲਾਕੇ ਦੇ ਐਮਪੀਏ ਸਾਹਿਬ ਸਨ, ਉਮਰ ਫਰੂਕ ਡਾਰ ਸਾਹਿਬ, ਉਹ ਵੀ ਉੱਥੇ ਮੌਜੂਦ ਆਏ ਸਨ। ਅਸੀਂ ਤਾਂ ਉਹਨਾਂ ਕੋਲ ਰਿਕੁਐਸਟ ਕੀਤੀ ਹੈ, ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੈਂ ਸਾਰਾ ਵਕੂਆ ਜਿਹੜਾ ਅਸੈਂਬਲੀ 'ਚ ਵੀ ਉਠਾਵਾਂਗਾ, ਮੈਡਮ ਮਰੀਮ ਨਵਾਜ਼ ਵਜ਼ੀਰ ਅੱਲਾ ਪੰਜਾਬ ਉਹਨਾਂ ਕੇ ਵੀ ਉਠਾਵਾਂਗਾ ਇਨਸ਼ਾਅੱਲਾ। ਫਿਰ ਉਹਨਾਂ ਸਾਰੇ ਮੌਕੇ ਤੇ ਐਸਪੀ ਇਨਵੈਸਟੀਗੇਸ਼ਨ ਆਏ ਸਨ, ਐਸਪੀ ਹੋ ਰਹੀ ਐਸਪੀ ਹਜ਼ਰਾਤ ਸਨ, SHO ਸਾਹਿਬ ਸਨ, ਡਿਪਟੀ ਸਾਹਿਬ ਸਨ, ਸਾਰੇ ਮੌਕੇ ਦੇ ਇੰਤਜ਼ਾਮੀਆ ਮੌਜੂਦ ਫੌਰਨ ਹਸਪਤਾਲ ਆ ਗਏ ਸੀ, ਜਿਨ੍ਹਾਂ ਨੂੰ ਸਾਰਾ ਕੁਝ ਪਤਾ ਕਿ ਇਹ ਕੰਮ ਹੋਇਆ, ਬੜੀ ਸਖਤ ਜ਼ਿਆਦਤੀ ਹੋਈ। ਭੱਟ ਸਾਹਿਬ, ਜਿਹੜੇ 2 ਜ਼ਖਮੀ ਨੇ ਉਹਨਾਂ ਦੀ ਹਾਲਤ ਕੈਸੀ ਹੈ? ਉਹਨਾਂ ਦੀ ਹਾਲਤ, ਇੱਕ ਨੂੰ ਫਾਇਰ ਜ਼ਰਾ ਸੀਰੀਅਸ ਲੱਗਾ ਹੈ, अच्छा, ਤੇ ਇੱਕ ਜਿਹੜਾ ਨੂੰ ਟੰਗਾਂ ਲੱਤਾਂ ਦੇ 2-3 ਫਾਇਰ ਲੱਗੇ। नाज़रीन, आपने सारी गुफ्तगू सुनी है कि किस तरह ये कमरा अदालत के अंदर जो नामलूम मुल्ज़मान थे वो दाखिल होते हैं और फिर उसके बाद सरेआम गोलियां चलाना शुरू कर देते हैं। अदालती कार्रवाई चल रही थी कि इसी दौरान मुल्ज़मान ने अपने जो जिनके साथ उनकी रंजिश थी, पुरानी रंजिश थी, उन्होंने उनको टारगेट किया, जिसमें 2 अफराद मौके पर दम तोड़ गए। अभी उन दोनों मामू और भांजे की जो नमाज जनाजा के लिए थोड़ी देर बाद जो है वो भी मनाजर आपको दिखाएंगे कि इन दोनों मामू भांजों का क्या कसूर था जिसकी बिना पर इनको कत्ल किया गया। अब इनका सिर्फ इतना सा मुतालबा है कि अगर इस तरह की नाकस सिक्योरिटी अदालतों की रही तो फिर ना जाने इससे पहले कितने कत्लो गारत और कितने कत्ल हो चुके हैं, और इसके बाद ना जाने कितने लोग जो हैं वो अपनी ज़िंदगी से हाथ धो बैठेंगे। हमारी आला हुकाम से ये अपील है कि इस तरह के जो हमारे जो अदालती जो अहाते हैं, इस अदालती अमले को और फिर अदालती सिक्योरिटी को जो है जब तक सख्त नहीं किया जाएगा तब तक इस तरह के वाक़यात रूनुमा होते रहेंगे। और ये अदालती और इस अदालत के हमारे जो मुअज़्ज़ज़ जज साहब हैं, ये उनके लिए भी बड़ा अफसोस का मुकाम है कि आपके सामने, आपकी आंखों के सामने ये 2 अफराद को मौत के घाट उतार कर मौके से फरार होने लगते हैं, तो इनके अपनों ने उसमें से एक मुल्ज़म जो है उसको दबोच लिया और फिर उसके बाद कुछ देर गुजरने के बाद वहाँ पर पुलिस पहुँचती है और उस मुल्ज़म को पुलिस के हवाले करवाती है। लेकिन जो असल जो मरकज़ी मुल्ज़मान है उनमें से अभी भी कोई भी गिरफ्तार नहीं हुआ और वो सोशल मीडिया पर इन 2 अफराद को कत्ल करने की खुशियाँ मना रहे हैं। अफसोस का ये आलम है कि गुजरांवाला की पुलिस के लिए ये उनकी कारकर्दगी पर एक बड़ा सवालिया निशान है कि इस तरह के मंशियात या इस तरह के नाजायज़ फरोश जो लोग हैं वो सरेआम लोगों को गोलियां मारकर कत्ल करते हैं, लेकिन आपकी पुलिस इनके खिलाफ कोई एक्शन नहीं लेती। अब आपके सामने है कि 2 अफराद इस दुनिया से चले गए हैं, लेकिन 2 जो अभी भी जख्मी हैं, जिसके बारे में बताया जा रहा है कि एक शख्स शदीद हालत में ज़ेर इलाज है और एक को जो है उसकी टांगों पर गोलियां मारी गई हैं। अब देख रही है कि पुलिस इन तमाम मरकजी मुल्ज़मान को कब गिरफ्तार करती है और कब इनको इबरत का निशान बनाती है। मिलते हैं अगली वीडियो में, तब तक के लिए अल्लाह निगहबान।